ਅੱਜ ਜਿਹੜੇ ਸਾਡੇ ਕਰੋਨਾ ਕਾਲ ਦੇ ਵਿੱਚ ਜਿਹੜੇ ਸਾਡੇ ਸਫਾਈ ਕਰਮਚਾਰੀ ਸਟਾਫ ਨਰਸਾਂ ਜਾਂ ਜਿੰਨੇ ਵੀ ਸਾਡੇ ਜਿਹੜੇ ਲੋਕ ਹੈ ਕਰੋਨਾ ਵਾਰੀਅਰ ਯੋਧੇ ਜਿਹੜੇ ਹੈਗੇ ਆ ਵੀ ਉਹਨਾਂ ਦੇ 4500 ਤੋਂ ਲੈ ਕੇ 4000 ਤੱਕ ਦੀ ਔਰ 6500 ਤੱਕ ਦੀ ਤਨਖਾਹ ਦੇ ਵਿੱਚ ਉਹਨਾਂ ਦਾ ਸ਼ੋਸ਼ਣ ਕੀਤਾ ਜਾ ਰਿਹਾ ਵਾ। ਪਿਛਲੇ 10-12 ਸਾਲਾਂ ਤੋਂ ਇਹ ਆਪਣੀ ਸਿਵਲ ਹਸਪਤਾਲ ਦੇ ਵਿੱਚ ਡਿਊਟੀਆਂ ਨਿਭਾ ਰਹੇ ਆ। ਕਈ ਤਾਂ ਉੱਥੇ ਕੰਮ ਕਰਦੇ ਕਰਦੇ ਓਵਰ ਏਜਡ ਹੋ ਗਏ ਆ। ਜਦੋਂ ਕਰੋਨਾ ਦੀ ਮਹਾਮਾਰੀ ਸੀ ਬਹੁਤ ਵੱਡੇ ਲੈਵਲ ਤੇ ਜਦੋਂ ਮਹਾਮਾਰੀ ਆਈ ਜਦੋਂ ਕਿ ਇੱਕ ਕੰਧ ਤੇ ਵੀ ਹੱਥ ਲੱਗਦਾ ਸੀ ਤੇ ਆਪਾਂ ਡਰਦੇ ਸੀ ਤੇ 10 ਵਾਰ ਸੈਨੀਟਾਈਜ਼ ਕਰਦੇ ਸੀ ਆਪਣੇ ਆਪ ਨੂੰ। ਤੇ ਉਸ ਵੇਲੇ ਇਹਨਾਂ ਲੋਕਾਂ ਨੇ ਆਪਣੀ ਜਾਨ ਜੋਖਿਮ 'ਚ ਪਾ ਕੇ 40 ਲੱਖ ਆਬਾਦੀ ਵਾਲਾ ਇਹ ਸ਼ਹਿਰ ਵਾ ਲੁਧਿਆਣਾ, ਇੱਥੇ ਉਹਨਾਂ ਨੇ ਇਹਨਾਂ ਲੋਕਾਂ ਨੇ ਆਪਣੀ ਜਾਨ ਜੋਖਿਮ 'ਚ ਪਾ ਕੇ ਆਪਣੇ ਇਸ ਸ਼ਹਿਰ ਦੀ ਰੱਖਿਆ ਕੀਤੀ ਹੈ, ਪੂਰੇ ਪੰਜਾਬ ਦੀ ਰੱਖਿਆ ਕੀਤੀ ਹੈ। ਔਰ ਜਦੋਂ ਇਹਨਾਂ ਦੇ ਵਿੱਚ ਸਾਰੇ ਜਦੋਂ ਕਰੋਨਾ ਪੋਜ਼ਿਟਿਵ ਵੀ ਹੋਏ ਆ ਤੇ ਇਹਨਾਂ ਦਾ ਕੋਈ ਪਤਾ ਵੀ ਨਹੀਂ ਪੁੱਛਿਆ ਗਿਆ ਵਾ। ਆਉਣ ਵਾਲੇ ਸਮੇਂ ਦੇ ਵਿੱਚ ਜੇ ਸਾਡੀ ਮੰਗਾਂ ਨਹੀਂ ਪੂਰੀ ਕੀਤੀਆਂ ਗਈਆਂ ਤੇ ਸਿਵਲ ਹਸਪਤਾਲ ਦੇ ਵਿੱਚ ਇੱਕ ਹੜਤਾਲ ਲਿਖੀ ਜਾਊਗੀ ਔਰ ਹੋ ਸਕਦਾ ਵਾ ਉਹ ਹੜਤਾਲ ਦਾ ਖਾਮਿਆਜ਼ਾ ਜਿਹੜਾ ਵਾ ਉਹ ਸਰਕਾਰ ਨੂੰ ਭੁਗਤਣਾ ਪੈ ਸਕਦਾ ਵਾ। ਬਹੁਤ ਮੁਸ਼ਕਿਲ ਗੁਜ਼ਾਰਾ ਚੱਲਦਾ ਜੀ ਸਾਡਾ। ਕਈ ਵਾਰੀ ਆਟਾ ਵੀ ਨਹੀਂ ਹੁੰਦਾ, ਕਈ ਵਾਰੀ ਜੇ ਇੱਕ ਤੇਲ ਦੀ ਬੋਤਲ ਲਈ ਉਹ ਵੀ 150-200 ਦੀ ਆਉਂਦੀ ਆ। ਪਿਛਲੀ ਤਨਖਾਹ ਪਹਿਲਾਂ ਹੀ ਖਰਚੀ ਜਾਂਦੀ ਆ ਸਾਰੀ, ਫਿਰ 2-2 3-3 ਮਹੀਨੇ ਸਾਡੀ ਪੈਂਡਿੰਗ ਹੀ ਰਹਿੰਦੀ ਆ, ਤਨਖਾਹ ਉਹ ਵੀ ਨਹੀਂ ਦਿੰਦੇ ਹੈਗੇ। ਕਿ ਇੱਕ ਬੰਦਾ ਮਰਿਆ ਤੇ ਬਾਅਦ 'ਚ ਉਹਦੇ ਮੂੰਹ ਤੇ ਘਿਓ ਲਾ ਕੇ ਚੌਪੜਦੀਆਂ ਵੀ ਤੂੰ ਸਾਰੀ ਜ਼ਿੰਦਗੀ ਉਹਦੀ ਬਾਤ ਨਹੀਂ ਪੁੱਛੀ। ਸੋ ਮੈਂ ਕਹਿਣਾ ਚਾਹੁੰਦਾ ਵਾਂ ਜਿੱਥੇ ਸਾਰੇ ਮੁਲਾਜ਼ਮ ਪੱਕੇ ਕੀਤੇ ਆ ਵੀ ਇਹ ਵੀ ਇੱਕ ਇਨਸਾਨ ਹੈ, ਇਨਸਾਨ ਦੀ ਕੈਟਾਗਰੀ 'ਚ ਆਉਂਦੇ ਆ। ਇਹਨਾਂ ਦੀ ਵਿਚਾਰਿਆਂ ਦਾ ਦੇਖੋ ਤੁਸੀਂ 1 ਕਿਲੋ ਦੁੱਧ ਵੀ ਜੇ ਲੈਣਾ ਹੁੰਦਾ ਤਾਂ ਜੀ 1800 ਦਾ ਆਉਂਦਾ ਤੇ ਦੁੱਧ ਤੇ ਆਟਾ ਵੀ ਨਹੀਂ ਲੈ ਸਕਦੇ ਆਪਣੇ ਘਰ ਦਾ, ਤਾਂ ਫਿਰ ਬੱਚੇ ਕਿੱਥੋਂ ਪੜ੍ਹਾਉਣਗੇ। ਅਸੀਂ ਪੂਰੀ 12 ਘੰਟੇ ਦੀ ਨਾਈਟਾਂ ਕਰਦੇ ਹਾਂ, ਈਵਨਿੰਗ ਕਰਦੇ ਹਾਂ, ਮਾਰਨਿੰਗ ਕਰਦੇ ਹਾਂ। ਬਰਾਬਰ ਜਿੰਨਾ ਦਾ ਸਾਡਾ ਪੱਕੇ ਮੁਲਾਜ਼ਮ ਆ, ਜਿੰਨਾ ਉਹ ਕੰਮ ਕਰਦੇ ਆ ਉਨਾ ਅਸੀਂ ਕਰਦੇ ਹਾਂ। ਇਕੁਅਲ ਵਰਕ ਇਕੁਅਲ ਵੇਜਿਸ ਦਾ ਸਾਡਾ ਉਹ ਹੱਕ ਬਣਦਾ ਵਾ। ਪਰ ਸਾਨੂੰ ਜਦੋਂ ਅਸੀਂ ਕਿਤੇ ਆਪਣੀ ਗੱਲ ਮੰਗ ਪਹੁੰਚਾਉਂਦੇ ਆ, ਉੱਥੇ ਜਦੋਂ ਕੁਝ ਪੁੱਛਣ ਆਉਂਦੇ ਆ ਤੇ ਉੱਥੇ ਕਹਿ ਦਿੰਦੇ ਤਾਂ ਸਿਰਫ ਪਾਰਟ ਟਾਈਮ ਮਤਲਬ ਸਿਰਫ 4 ਘੰਟੇ। ਟੋਟਲ ਸਿਵਲ ਹਸਪੀਟਲ ਕੱਚੇ ਮੁਲਾਜ਼ਮਾਂ ਦੇ ਦਮ ਤੇ ਹੀ ਚੱਲ ਰਿਹਾ ਕਿਉਂਕਿ ਰੈਗੂਲਰ ਸਟਾਫ ਨੂੰ ਜਦੋਂ ਦਿਲ ਕੀਤਾ ਫੋਨ ਕਰ ਦਿੰਦੇ ਅਸੀਂ ਲੀਵ ਤੇ ਆ, ਅਸੀਂ ਨਾਈਟ ਨਹੀਂ ਕਰਨੀ, ਸਾਡੀ ਤਬੀਅਤ ਖਰਾਬ ਹੈ। ਤੇ ਕੱਚੇ ਮੁਲਾਜ਼ਮ ਕੋਲੋਂ ਡਬਲ ਡਿਊਟੀਆਂ ਵੀ ਕਰਾਈਆਂ ਜਾਂਦੀਆਂ ਔਰ ਅਸੀਂ ਤਿਆਰ ਬੈਠਦੇ ਆ। ਅਸੀਂ ਕਦੇ ਨਾ ਨਹੀਂ ਕੀਤੀ, ਕੰਮ ਕਰਨ ਤੋਂ ਕਦੇ ਨਹੀਂ ਭੱਜੇ। ਕਰੋਨਾ ਦੌਰਾਨ ਵੀ ਅਸੀਂ ਫਰੰਟ ਲਾਈਨ ਤੇ ਅੱਗੇ ਹੋ ਕੇ ਆਪਣੀ ਜਾਨਾਂ ਦੀ ਪਰਵਾਹ ਨਹੀਂ ਕੀਤੀ। ਆ ਸਾਰੇ ਮੁਲਾਜ਼ਮਾਂ ਨੂੰ ਇੱਕ ਵਾਰੀ ਕਰੋਨਾ ਹੋਇਆ, ਕਈ ਤੋਂ ਮਰਨੋਂ ਬਚੇ ਆ। ਸਤਿ ਸ਼੍ਰੀ ਅਕਾਲ ਜੀ, ਲੁਧਿਆਣਾ ਲਾਈਵ ਦੇਖ ਰਹੇ ਹੋ ਤੁਸੀਂ। ਮੈਂ ਹਰਵਿੰਦਰ ਸਿੰਘ ਢਿੱਲੋਂ। ਪੰਜਾਬ ਦੇ ਵਿੱਚ ਸਰਕਾਰ ਚਾਹੇ ਅਕਾਲੀ ਦਲ ਦੀ ਰਹੀ ਚਾਹੇ ਕਾਂਗਰਸ ਦੀ ਰਹੀ, ਅਗਰ ਉਹਨਾਂ ਸਮਿਆਂ ਦੇ ਵਿੱਚ ਜਿਹੜੇ ਕੱਚੇ ਮੁਲਾਜ਼ਮ ਨੇ ਜੇ ਉਹਨਾਂ ਨੂੰ ਨੌਕਰੀਆਂ ਮਿਲੀਆਂ ਹੁੰਦੀਆਂ ਤਾਂ ਜਿਹੜਾ ਵੱਡਾ ਬਦਲਾਅ ਲਿਆਂਦਾ ਲੋਕਾਂ ਨੇ ਸ਼ਾਇਦ ਉਹ ਨਾ ਲੈ ਕੇ ਆਂਦੇ ਲੋਕ ਉਹ। ਕਿਉਂਕਿ ਅੱਜ ਵੀ ਤੁਸੀਂ ਦੇਖ ਰਹੇ ਹੋ ਕਿ ਜਿਹੜਾ ਮੁਲਾਜ਼ਮ ਵਰਗ ਹੈ ਧਰਨੇ ਸੇਮ ਉਸੇ ਤਰ੍ਹਾਂ ਹੀ ਲੱਗ ਰਹੇ ਨੇ ਜਿਵੇਂ ਪਿਛਲੀਆਂ ਸਰਕਾਰਾਂ ਦੇ ਵਿੱਚ ਲੱਗਦੇ ਰਹੇ ਨੇ। ਤਾਂ ਅੱਜ ਵੀ ਜਿਹੜਾ ਡੀਸੀ ਆਫਿਸ ਲੁਧਿਆਣਾ ਦੇ ਵਿੱਚ ਤੁਸੀਂ ਦੇਖ ਰਹੇ ਹੋ ਰਾਸ਼ਟਰੀ ਵਾਲਮੀਕਨ ਧਰਮ ਸਮਾਜ ਵੱਲੋਂ ਧਰਨਾ ਪ੍ਰਦਰਸ਼ਨ ਜਿਹੜਾ ਕੀਤਾ ਜਾ ਰਿਹਾ ਆਪਣੀਆਂ ਮੰਗਾਂ ਨੂੰ ਲੈ ਕੇ। ਜਿਹੜੇ ਮੁੱਖ ਸੰਚਾਲਕ ਨੇ ਅਰੁਣ ਭੱਟੀ ਜੀ ਦੀ ਅਗਵਾਈ ਦੇ ਵਿੱਚ ਸਾਰਾ ਜਿਹੜਾ ਧਰਨਾ ਹੈਗਾ। ਸੋ ਗੱਲਬਾਤ ਕਰਦੇ ਹਾਂ ਕਿ ਅੱਜ ਉਹ ਡੀਸੀ ਦਫ਼ਤਰ ਜਿਹੜਾ ਕੀ ਮੰਗ ਪੱਤਰ ਲੈ ਕੇ ਪਹੁੰਚੇ ਨੇ। ਸਵਾਗਤ ਹੈ ਜੀ ਸਾਰਿਆਂ ਦਾ ਲੁਧਿਆਣਾ ਲਾਈਵ ਤੇ। ਭੱਟੀ ਸਾਹਿਬ, ਮੰਗ ਪੱਤਰ ਲੈ ਕੇ ਪਹੁੰਚੇ ਹੋ ਡੀਸੀ ਆਫਿਸ ਅੱਜ ਲੁਧਿਆਣਾ, ਕੀ ਕਹਿਣਾ ਚਾਹੋਗੇ? ਦੇਖੋ ਜੀ, ਪਹਿਲਾਂ ਤਾਂ ਧੰਨਵਾਦ ਹੈ ਜੀ ਤੁਹਾਡੇ ਲੁਧਿਆਣਾ ਲਾਈਵ ਚੈਨਲ ਦਾ, ਜਿਹੜਾ ਕਿ ਸਾਡੇ ਗਰੀਬ ਗੁਰਬੇ ਦੀ ਆਵਾਜ਼ ਹਮੇਸ਼ਾ ਵੀ ਜਦੋਂ ਸਾਨੂੰ ਲੱਗਦਾ ਵੀ ਸਾਡੀ ਕੋਈ ਆਵਾਜ਼ ਨਹੀਂ ਸੁਣਦਾ ਤੇ ਤੁਹਾਡਾ ਜਿਹੜਾ ਚੈਨਲ ਆ ਜਦੋਂ ਵੀ ਦੇਖਦੇ ਕਿਸੇ ਨਾ ਕਿਸੇ ਦੇ ਲਈ ਸੰਘਰਸ਼ ਦੇ ਲਈ ਖੜਾ ਹੁੰਦਾ ਵਾ। ਸੋ ਅੱਜ ਜਿਹੜੇ ਸਾਡੇ ਕਰੋਨਾ ਕਾਲ ਦੇ ਵਿੱਚ ਜਿਹੜੇ ਸਾਡੇ ਸਫਾਈ ਕਰਮਚਾਰੀ ਸਟਾਫ ਨਰਸਾਂ ਜਾਂ ਜਿੰਨੇ ਵੀ ਸਾਡੇ ਜਿਹੜੇ ਲੋਕ ਹੈ ਕਰੋਨਾ ਵਾਰੀਅਰ ਯੋਧੇ ਜਿਹੜੇ ਹੈਗੇ ਆ ਵੀ ਉਹਨਾਂ ਦੇ 4500 ਤੋਂ ਲੈ ਕੇ 4000 ਤੱਕ ਦੀ ਔਰ 6500 ਤੱਕ ਦੀ ਤਨਖਾਹ ਦੇ ਵਿੱਚ ਉਹਨਾਂ ਦਾ ਸ਼ੋਸ਼ਣ ਕੀਤਾ ਜਾ ਰਿਹਾ ਵਾ। ਪਿਛਲੇ 10-12 ਸਾਲਾਂ ਤੋਂ ਇਹ ਆਪਣੀ ਸਿਵਲ ਹਸਪਤਾਲ ਦੇ ਵਿੱਚ ਡਿਊਟੀਆਂ ਨਿਭਾ ਰਹੇ ਆ। ਕਈ ਤਾਂ ਉੱਥੇ ਕੰਮ ਕਰਦੇ ਕਰਦੇ ਓਵਰ ਏਜਡ ਹੋ ਗਏ ਆ। ਇਹਨਾਂ ਨੂੰ 2 ਮਹੀਨੇ ਹੁਣ ਵੀ ਹੋ ਗਏ ਜਿਹੜੇ ਤਨਖਾਹ ਨਹੀਂ ਮਿਲੀ ਆ। 2 ਮਹੀਨੇ ਤੋਂ ਤਨਖਾਹ ਵੀ ਨਹੀਂ ਦਿੱਤੀ ਗਈ ਹੈ। ਇੱਥੋਂ ਤੱਕ ਕਿ ਸਰਕਾਰ ਨੇ ਜਿਹੜਾ ਪ੍ਰਸ਼ਾਸਨ ਸਿਵਲ ਹਸਪਤਾਲ ਪ੍ਰਸ਼ਾਸਨ ਹੈ ਉਹਨਾਂ ਨੇ ਇਹਨਾਂ ਨੂੰ ਪਤਾ ਨਹੀਂ ਕਿਹੜੇ ਖਾਤੇ ਦੇ ਵਿੱਚ ਰੱਖਿਆ ਹੋਇਆ ਵਾ ਕਿ ਜਿੱਥੇ ਕਹਿੰਦੇ ਨਾ ਇਹ ਡੀਸੀ ਸਾਹਿਬ ਦੇ ਅੰਡਰ ਹੈ ਨਾ ਇਹ ਸਰਕਾਰ ਦੇ ਕਿਸੇ ਅਦਾਰੇ ਦੇ ਅੰਡਰ ਆਉਂਦੇ ਆ। ਤੇ ਮੈਂ ਪੁੱਛਣਾ ਚਾਹੁੰਦਾ ਵਾਂ ਕਿ ਜਦੋਂ ਤਾਂ ਕਰੋਨਾ ਕਾਲ ਸੀਗਾ, ਜਦੋਂ ਕਰੋਨਾ ਦੀ ਮਹਾਮਾਰੀ ਸੀ ਬਹੁਤ ਵੱਡੇ ਲੈਵਲ ਤੇ ਜਦੋਂ ਮਹਾਮਾਰੀ ਆਈ ਜਦੋਂ ਕਿ ਇੱਕ ਕੰਧ ਤੇ ਵੀ ਹੱਥ ਲੱਗਦਾ ਸੀ ਤੇ ਆਪਾਂ ਡਰਦੇ ਸੀ ਤੇ 10 ਵਾਰ ਸੈਨੀਟਾਈਜ਼ ਕਰਦੇ ਸੀ ਆਪਣੇ ਆਪ ਨੂੰ। ਤੇ ਉਸ ਵੇਲੇ ਇਹਨਾਂ ਲੋਕਾਂ ਨੇ ਆਪਣੀ ਜਾਨ ਜੋਖਿਮ 'ਚ ਪਾ ਕੇ 40 ਲੱਖ ਆਬਾਦੀ ਵਾਲਾ ਇਹ ਸ਼ਹਿਰ ਵਾ ਲੁਧਿਆਣਾ, ਇੱਥੇ ਉਹਨਾਂ ਨੇ ਇਹਨਾਂ ਲੋਕਾਂ ਨੇ ਆਪਣੀ ਜਾਨ ਜੋਖਿਮ 'ਚ ਪਾ ਕੇ ਆਪਣੇ ਇਸ ਸ਼ਹਿਰ ਦੀ ਰੱਖਿਆ ਕੀਤੀ ਹੈ, ਪੂਰੇ ਪੰਜਾਬ ਦੀ ਰੱਖਿਆ ਕੀਤੀ ਹੈ। ਔਰ ਜਦੋਂ ਇਹਨਾਂ ਦੇ ਵਿੱਚ ਸਾਰੇ ਜਦੋਂ ਕਰੋਨਾ ਪੋਜ਼ਿਟਿਵ ਵੀ ਹੋਏ ਆ ਤੇ ਇਹਨਾਂ ਦਾ ਕੋਈ ਪਤਾ ਵੀ ਨਹੀਂ ਪੁੱਛਿਆ ਗਿਆ ਵਾ। ਸੋ ਮੈਂ ਬੇਨਤੀ ਕਰਨਾ ਚਾਹੁੰਦਾ ਵੀ ਇਹ ਵੀ ਲੋਕ ਹੈ, ਇਹ ਵੀ ਇਨਸਾਨ ਨੇ,
ਇਹਨਾਂ ਦੀ ਵੀ ਕੋਈ ਘਰ ਦੇ ਵਿੱਚ ਜ਼ਰੂਰਤਾਂ ਨੇ, 4500 ਦੇ ਵਿੱਚ ਕਿਵੇਂ ਆਪਣਾ ਬੱਚਾ ਪੜ੍ਹਾਊਗਾ। ਮੈਂ ਕਹਿੰਦਾ ਕਿ ਅੱਜ ਸਰਕਾਰੀ ਸਕੂਲ ਦੀ ਕਿਤਾਬਾਂ ਵੀ ਲੈਣੀਆਂ ਪੈ ਜਾਣ, ਹੈ ਤਾਂ ਪੰਜਾਬ ਗਵਰਨਮੈਂਟ ਦੀ ਕਿਤਾਬਾਂ, ਪਰ ਉਹ ਵੀ ਤਾਂ ਉਹਨੇ ਦੀਆਂ ਆਉਂਦੀਆਂ ਵਾ, ਐਡਮਿਸ਼ਨਸ ਦੇ ਜੇ ਪੈ ਖਰਚੇ, ਹੋਰ ਖਰਚੇ। ਸੋ ਬੇਨਤੀ ਹੈ ਜੀ, ਇਹ ਨਹੀਂ ਕਰ ਪਾ ਰਹੇ ਆ, ਸਰਵਾਈਵ ਕਰਨਾ ਬਹੁਤ ਔਖਾ ਆ। ਭੱਟੀ ਸਾਹਿਬ, ਜਿਹੜਾ ਸਰਕਾਰ ਵੱਲੋਂ ਵੱਡੇ ਵੱਡੇ ਹੋਰਡਿੰਗ ਲਗਾਏ ਗਏ ਆ, ਕੱਚੇ ਮੁਲਾਜ਼ਮਾਂ ਨੂੰ ਕੀਤਾ ਪੱਕਾ, ਹਜ਼ਾਰਾਂ ਦੀ ਗਿਣਤੀ ਦੇ ਵਿੱਚ, ਔਰ ਲੱਖਾਂ ਰੁਪਇਆ ਖਰਚ ਕੇ ਜਿਹੜੀ ਹੈ ਪਬਲਿਸਿਟੀ ਵੀ ਕੀਤੀ ਗਈ ਆ, ਤਾਂ ਉਹ ਕਿਹੜੇ ਮੁਲਾਜ਼ਮ ਜਿਹੜੇ ਸਰਕਾਰ ਵੱਲੋਂ ਪੱਕੇ ਕੀਤੇ ਗਏ ਆ? ਤੁਸੀਂ ਵੀ ਕਹਿ ਰਹੇ ਹੋ ਕਿ ਲੰਬੇ ਸਮੇਂ ਤੋਂ ਅਸੀਂ ਸੰਘਰਸ਼ ਕਰ ਰਹੇ ਹਾਂ। ਦੇਖੋ ਜੀ, ਅਸੀਂ ਕਾਰਪੋਰੇਸ਼ਨ ਦੇ ਵਿੱਚ ਵੀ ਯੂਨੀਅਨਾਂ ਚਲਾਉਂਦੇ ਆ, ਉੱਥੇ ਵੀ ਅਸੀਂ ਕਾਫੀ ਸੰਘਰਸ਼ ਕਰਕੇ ਸਮੇਂ ਦੀ ਸਰਕਾਰਾਂ ਨੇ ਕਦੇ ਵੀ ਕਿਸੇ ਦੇ ਹਾਲਾਤਾਂ ਵੱਲ ਨਹੀਂ ਦੇਖਿਆ। ਚਲੋ ਮਾਨਯੋਗ ਸੀਐਮ ਸਾਹਿਬ ਨੇ ਆ ਕੇ ਵੀ ਇੱਥੇ ਪੱਕੇ ਕੀਤੇ ਆ ਜਿਹੜੇ ਕਾਰਪੋਰੇਸ਼ਨ ਦੇ ਕਰਮਚਾਰੀ ਆ। ਮੈਂ ਕਹਿੰਦਾ ਜਿਹੜੇ ਕਰੋਨਾ ਵਾਰੀਅਰ ਹੈ, ਇਹ ਵੀ ਕਿਸੇ ਗਿਣਤੀ 'ਚ ਆਉਂਦੇ ਆ, ਇਹਨਾਂ ਨੂੰ ਵੀ ਪੱਕਾ ਕੀਤਾ ਜਾਣਾ ਚਾਹੀਦਾ ਵਾ। ਅੱਜ ਦਾ ਜਿਹੜਾ ਸਮਾਂ ਆ, ਉਹ ਤੁਸੀਂ ਦੇਖੋ, ਇਹ ਕਹਿੰਦੇ ਨੇ ਜਿਹੜੇ ਵੱਡੇ ਵੱਡੇ ਹੋਲਡਿੰਗ ਲਾ ਕੇ ਜਿਹੜੀਆਂ ਗੱਲਾਂ ਕਰਦੇ ਆ, ਇਹ ਤਾਂ ਮਰਿਆ ਦੇ ਮੂੰਹ ਨੂੰ ਘਿਓ ਲਾਉਣ ਦੀ ਗੱਲ ਹੈ। ਇਹ ਗੱਲ ਉਹ ਨਹੀਂ ਹੈਗੀ ਕਿ ਇੱਕ ਬੰਦਾ ਮਰਿਆ ਤੇ ਬਾਅਦ 'ਚ ਉਹਦੇ ਮੂੰਹ ਤੇ ਘਿਓ ਲਾ ਕੇ ਚੌਪੜਦੀਆਂ ਵੀ ਤੂੰ ਸਾਰੀ ਜ਼ਿੰਦਗੀ ਉਹਦੀ ਬਾਤ ਨਹੀਂ ਪੁੱਛੀ। ਸੋ ਮੈਂ ਕਹਿਣਾ ਚਾਹੁੰਦਾ ਵਾਂ, ਜਿੱਥੇ ਸਾਰੇ ਮੁਲਾਜ਼ਮ ਪੱਕੇ ਕੀਤੇ ਆ ਵੀ ਇਹ ਵੀ ਇੱਕ ਇਨਸਾਨ ਹੈ, ਇਨਸਾਨ ਦੀ ਕੈਟਾਗਰੀ 'ਚ ਆਉਂਦੇ ਆ। ਇਹਨਾਂ ਦੀ ਵਿਚਾਰਿਆਂ ਦਾ ਦੇਖੋ ਤੁਸੀਂ, 1 ਕਿਲੋ ਦੁੱਧ ਵੀ ਜੇ ਲੈਣਾ ਹੁੰਦਾ ਤਾਂ ਜੀ 1800 ਦਾ ਆਉਂਦਾ, ਤੇ ਦੁੱਧ ਤੇ ਆਟਾ ਵੀ ਨਹੀਂ ਲੈ ਸਕਦੇ ਆਪਣੇ ਘਰ ਦਾ, ਤਾਂ ਫਿਰ ਬੱਚੇ ਕਿੱਥੋਂ ਪੜ੍ਹਾਉਣਗੇ? ਸੋ ਇਹ ਆਪਣੇ ਬੱਚਿਆਂ ਲਈ ਔਰ ਆਪਣੇ ਇਸ ਦੇਸ਼ ਦੇ ਲਈ, ਇਹ ਜਿਨ੍ਹਾਂ ਨੇ ਜਾਨ ਨਿਛਾਵਰ ਕੀਤੀ ਹੈ, ਕਾਫੀ ਲੋਕ ਮਰੇ ਵੀ ਆ ਔਰ ਕਰੋਨਾ ਪੋਜ਼ਿਟਿਵ ਹੋ ਗਏ, ਉਹਨਾਂ ਦੀ ਵਜ੍ਹਾ ਤੱਕ ਕਿਸੇ ਅਖਬਾਰ ਨੇ ਕੋਈ ਕਟਿੰਗ ਨਹੀਂ ਲਾਈ, ਕਿਉਂਕਿ ਉਹ ਗੱਲ ਹੋ ਗਈ ਨਾ ਕਿ ਅੱਜ ਦਾ ਸਮਾਂ ਜਿਹੜਾ ਵਾ, ਬਾਕੀ ਵੀ ਲੋਕ ਇसी ਸਿਧਾਂਤ ਤੇ ਚੱਲ ਰਹੇ ਵੀ ਬਾਪ ਬੜਾ ਨਾ ਭਈਆ ਸਭ ਤੋਂ ਬੜਾ ਰੁਪਈਆ। ਮੈਂ ਕਹਿਣਾ ਚਾਹੁੰਦਾ ਵੀ ਇਹਨਾਂ ਸਾਰਿਆਂ ਦੀ ਲੜਾਈ ਜਿਹੜੀ ਆ ਬਿਲਕੁਲ ਜਾਇਜ਼ ਹੈ, ਔਰ ਮਾਨਯੋਗ ਸੀਐਮ ਸਾਹਿਬ ਨੂੰ ਵੀ ਕਹਿਣਾ ਚਾਹੁੰਦੇ ਆ, ਆਉਣ ਵਾਲੇ ਸਮੇਂ ਦੇ ਵਿੱਚ ਜੇ ਸਾਡੀ ਮੰਗਾਂ ਨਹੀਂ ਪੂਰੀ ਕੀਤੀਆਂ ਗਈਆਂ ਤੇ ਸਿਵਲ ਹਸਪਤਾਲ ਦੇ ਵਿੱਚ ਇੱਕ ਹੜਤਾਲ ਲਿਖੀ ਜਾਊਗੀ, ਔਰ ਹੋ ਸਕਦਾ ਵਾ ਉਹ ਹੜਤਾਲ ਦਾ ਖਾਮਿਆਜ਼ਾ ਜਿਹੜਾ ਵਾ ਉਹ ਸਰਕਾਰ ਨੂੰ ਵੀ ਭੁਗਤਣਾ ਪੈ ਸਕਦਾ ਵਾ। ਭੱਟੀ ਸਾਹਿਬ, ਕਿੰਨੇ ਦੇ ਕਰੀਬ ਅੱਜ ਜਿਹੜੇ ਲੋਕ ਤੁਸੀਂ ਇੱਥੇ ਪਹੁੰਚੇ? ਦੇਖੋ ਜੀ, ਅੱਜ ਤਾਂ ਅਸੀਂ 100-150 ਜਿਹੜਾ ਮੁਲਾਜ਼ਮ ਸੀਗਾ ਉਹ ਪਹੁੰਚਿਆ ਸੀਗਾ, ਤੇ ਅਸੀਂ ਹੋਰ ਵੀ ਯੂਨੀਅਨਾਂ ਨੂੰ ਬੇਨਤੀ ਅਪੀਲ ਕੀਤੀ ਹੈ, ਹੋਰ ਵੀ ਜਿਹੜੇ ਸਮਾਜਿਕ ਤੌਰ ਤੇ ਜਿਹੜੇ ਉੱਥੇ ਕੰਮ ਵੀ ਕਰਦੇ ਆ, ਉਹਨਾਂ ਦੇ ਵੀ ਪਰਿਵਾਰ, ਕਿਉਂਕਿ ਆਪਣੇ ਵਿਦ ਫੈਮਲੀਜ਼ ਬੈਠਣਗੇ, ਕਿਉਂਕਿ ਜੇ ਉਹ ਭੁੱਖ ਜਿਹੜੀ ਆ, ਉਹ ਇੱਕ ਮੁਲਾਜ਼ਮ ਆਪਣੇ ਪਰਿਵਾਰ ਲਈ ਹੀ ਰੋਟੀ ਰੋਜ਼ੀ ਕਰਦਾ, ਸਰਵਾਈਵ ਕਰਦਾ ਵਾ, ਕੰਮ ਕਰਦਾ ਵਾ, ਤੇ ਉਹਦੇ ਨਾਲ ਉਹਦੇ ਬੱਚਿਆਂ ਤੇ ਉਹਦੇ ਪਰਿਵਾਰ ਤੇ ਵੀ ਅਸਰ ਪੈਂਦਾ। ਤੇ ਜਦੋਂ ਸਾਰੇ ਹੀ ਇੱਕ ਬੰਦਾ ਮਰਨ ਦੇ ਰਾਹ ਦੇ ਵੱਲ ਨੂੰ ਜਾਊਗਾ ਤੇ ਫਿਰ ਬਾਕੀਆਂ ਦਾ ਤਾਂ ਜੀਣ ਦਾ ਕੋਈ ਫਾਇਦਾ ਵੀ ਨਹੀਂ ਹੋਣਾ। ਸੋ ਅਸੀਂ ਸਾਰੇ ਆਪਣੇ ਪਰਿਵਾਰ ਨੂੰ ਲੈ ਕੇ ਬੈਠਾਂਗੇ ਔਰ ਧਰਨੇ ਦੇ ਉੱਤੇ ਉਦੋਂ ਤੱਕ ਕੋਈ ਸਮਝੌਤਾ ਨਹੀਂ ਕਰਾਂਗੇ। ਦੇਖੋ ਜੀ, ਉਦੋਂ ਇਹਨਾਂ ਨੂੰ ਕਿਹਾ ਗਿਆ ਸੀਗਾ, ਜਿਹੜਾ ਕਿ ਇੱਕ ਐਕਟ ਹੈ, ਲੇਬਰ ਐਕਟ ਹੈ, ਉਹ ਇਹ ਕਹਿੰਦਾ ਵਾ ਕਿ 3 ਮਹੀਨੇ ਤੋਂ ਲੈ ਕੇ 4 ਮਹੀਨੇ ਦੇ ਵਿੱਚ 90 ਦਿਨ ਦਾ ਕਾਰਿਆਕਾਲ ਜਦੋਂ ਪੂਰਾ ਹੁੰਦਾ ਵਾ ਤੇ ਉਹਨੂੰ ਡੀਸੀ ਗ੍ਰੇਡ ਦੇ ਉੱਤੇ ਤਨਖਾਹ ਜਿਹੜੀ ਆ ਉਹ ਮਿਲਦੀ ਆ। ਪਰ ਐਕਚੁਅਲ ਦੇ ਵਿੱਚ ਸਮੇਂ ਦੀਆਂ ਸਰਕਾਰਾਂ ਨੇ ਨਵੇਂ ਰੂਲਸ ਕੱਢੇ ਆ, ਜਿੱਦਾਂ ਕਿ ਕਾਰਪੋਰੇਸ਼ਨ 'ਚ ਤੁਸੀਂ ਲਾਓ 70% ਮਹੱਲਾ ਕਮੇਟੀ ਡੀਸੀ ਗ੍ਰੇਡ, ਉਸ ਤੋਂ ਬਾਅਦ ਜਾ ਕੇ ਡੀਸੀ ਗ੍ਰੇਡ ਹੁੰਦਾ ਵਾ, ਫਿਰ ਉਸ ਤੋਂ ਬਾਅਦ ਜਾ ਕੇ ਚੌਥੇ ਚਰਨ 'ਚ ਜਾ ਕੇ ਉਹ ਬੰਦਾ ਪੱਕਾ ਕੀਤਾ ਜਾਂਦਾ ਵਾ। ਇੱਦਾਂ ਹੀ ਇਹਨਾਂ ਦੇ ਵਿੱਚ ਆਊਟਸੋਰਸਿਸ ਔਰ ਮਾਣ ਭੱਤੇ ਨਜਾਇਜ਼ ਤੌਰ ਤੇ ਜਿਹੜੀਆਂ ਸਿਸਟਮ ਤੇ ਪਾਲਿਸੀਜ਼ ਹੈਗੀ ਆ ਜਿਹੜੀ ਉਹ ਕੀਤੀ ਗਈਆਂ। ਸੋ ਮੈਂ ਕਹਿਣਾ ਚਾਹੁੰਦਾ ਵਾ ਪੰਜਾਬ ਸਰਕਾਰ ਨੂੰ ਵੀ ਦੋ ਚੀਜ਼ਾਂ ਤਾਂ ਸਮਝ ਆਉਂਦੀਆਂ ਕਿ ਕੱਚਾ ਮੁਲਾਜ਼ਮ ਤੇ ਪੱਕਾ ਮੁਲਾਜ਼ਮ, ਇਹ ਤੀਜੀ ਚੀਜ਼ ਸਮਝ ਨਹੀਂ ਆਉਂਦੀ ਕਿ ਮਾਣ ਭੱਤੇ ਤੇ ਰੱਖਿਆ ਗਿਆ ਵਾ, ਕਿ ਉਸ ਚੀਜ਼ ਤੇ ਰੱਖਿਆ ਗਿਆ ਵਾ। ਸੋ ਬੇਨਤੀ ਕਰਨਾ ਚਾਹੁੰਦੇ ਆ, ਜੇ ਪੰਜਾਬ ਨੂੰ ਤੁਸੀਂ ਕਹਿੰਦੇ ਨਾ ਵੀ ਇੱਕ ਵਧੀਆ ਸਟੇਟ ਬਣਾਉਣੀ ਚਾਹੁੰਦੇ ਆ, ਤੇ ਫਿਰ ਮੁਲਾਜ਼ਮਾਂ ਦਾ ਢਿੱਡ ਕੱਟ ਕੇ ਤਾਂ ਨਹੀਂ ਬਣਾ ਸਕਦੇ ਆਪਾਂ। ਠੀਕ ਹੈ, ਤੇ ਹੁਣ ਤੁਹਾਡੇ ਵੱਲੋਂ ਤਨਖਾਹਾਂ ਨੂੰ ਵਧਾਉਣ ਬਾਰੇ ਜਿਹੜਾ ਜ਼ੋਰ ਲਗਾਇਆ ਜਾ ਰਿਹਾ ਜਾਂ ਪੱਕੇ ਕਰਾਉਣ ਵਾਲੇ ਵੀ ਤੁਹਾਡਾ ਜਿਹੜਾ ਧਰਨਾ ਤੁਸੀਂ ਕਹਿ ਰਹੇ ਹੋ ਲਗਾਵਾਂਗੇ, ਅਗਰ ਨਹੀਂ ਮੰਗ ਪੂਰੀ ਹੁੰਦੀ ਤਾਂ ਅਗਰ ਸਰਕਾਰ ਕਹਿੰਦੀ ਹੈ ਕਿ ਤੁਹਾਡੀਆਂ ਜਿਹੜੀਆਂ ਤਨਖਾਹਾਂ ਦੇ ਵਿੱਚ ਵਾਧਾ ਕਰ ਦਿੱਤਾ ਜਾਂਦਾ? ਦੇਖੋ ਜੀ, ਪਹਿਲੀ ਤਾਂ ਲੜਾਈ ਦੇ ਵਿੱਚ ਅਸੀਂ ਕੱਚੇ ਮੁਲਾਜ਼ਮ ਜਿਹੜੇ ਰੈਗੂਲਰ ਕਰਨ ਦੀ ਹੀ ਗੱਲ ਕੀਤੀ ਆ। ਦੂਜੀ ਗੱਲ ਹੈ ਕਿ ਅਸੀਂ ਇੱਕ ਸਿਸਟਮ ਦੱਸਿਆ ਵਾ ਕਿ ਵੀ ਜਿਹੜਾ ਡੀਸੀ ਗ੍ਰੇਡ ਆ ਉਹਦੀ 18000 ਤਨਖਾਹ ਵਾ, ਡੀਸੀ ਗ੍ਰੇਡ ਦੇ ਕੱਚੇ ਮੁਲਾਜ਼ਮ ਦੀ। ਅਸੀਂ ਕਿਹਾ ਵੀ ਜੇ ਸਾਨੂੰ ਪੱਕਾ ਨਹੀਂ ਕੀਤਾ ਜਾ ਸਕਦਾ ਕੁਝ ਸਮੇਂ ਦੇ ਲਈ, ਤੇ ਉਦੋਂ ਤੱਕ ਇਹਨਾਂ ਨੂੰ ਡੀਸੀ ਗ੍ਰੇਡ ਦੇ ਜਿਹੜੇ 18000 ਸੈਲਰੀਜ਼ ਹੈ ਉਹ ਦਿੱਤੀ ਜਾਣੀ ਚਾਹੀਦੀ ਆ। ਔਰ 2 ਮਹੀਨੇ ਹੋ ਗਏ ਇਹਨਾਂ ਦੀ ਤਨਖਾਹ ਨਹੀਂ ਮਿਲੀ ਜੀ, ਤੇ ਸਭ 2 ਮਹੀਨੇ ਹੋ ਗਏ ਅਜੇ ਤੱਕ ਇਹਨਾਂ ਦੀ ਤਨਖਾਹ ਨਹੀਂ ਮਿਲੀ। ਜਿਹੜੀ 4500 4000 ਮਿਲਦੀ ਸੀ ਉਹ ਵੀ ਨਹੀਂ ਦਿੱਤੀ ਗਈ ਆ, ਤੇ ਉਹ ਵੀ ਕਹਿੰਦੇ ਵੀ ਸਾਡੇ ਹਜੇ ਰਜਿਸਟਰ ਤੇ ਸੀਐਮ ਸਾਹਿਬ ਨੇ ਸਿੱਧੇ ਅਦਾਰੇ ਨੂੰ ਸਿਵਲ ਹਸਪਤਾਲ ਨੂੰ ਪੰਜਾਬ ਸਰਕਾਰ ਦੇ ਨਾਲ ਅਟੈਚ ਕਰ ਦਿੱਤਾ ਗਿਆ ਵਾ। ਸੋ ਉਹ ਵੀ ਨਹੀਂ ਹਲੇ ਤੱਕ ਇਹਨਾਂ ਨੂੰ ਮਿਲਿਆ, ਉਹ ਪਤਾ ਨਹੀਂ ਕਦੋਂ ਤੱਕ ਇਹਨਾਂ ਦੀ ਖਾਨਾ ਪੂਰਤੀ ਹੁੰਦੀ ਹੈ। ਸੋ ਮੈਂ ਕਹਿਣਾ ਚਾਹੁੰਦਾ ਵਾ ਇਹਨਾਂ ਨੂੰ ਡੀਸੀ ਗ੍ਰੇਡ ਤੇ ਜਦ ਤੱਕ ਇਹਨਾਂ ਨੂੰ ਪੱਕਾ ਨਹੀਂ ਕੀਤਾ ਜਾਂਦਾ ਉਦੋਂ ਤੱਕ ਇਹਨਾਂ ਨੂੰ ਡੀਸੀ ਗ੍ਰੇਡ ਤੇ ਤਾਂ ਕੀਤਾ ਜਾਵੇ, ਤਾਂ ਜੋ 18000 ਤੋਂ ਲੈ ਕੇ 19000 ਤਨਖਾਹ ਲੈ ਕੇ ਆਪਣੇ ਬੱਚਿਆਂ ਨੂੰ ਪੜ੍ਹਾ ਸਕਣ। 4500 ਰੁਪਏ ਤਨਖਾਹ ਔਰ ਉਹ ਵੀ 2 ਮਹੀਨਿਆਂ ਤੋਂ ਨਹੀਂ ਮਿਲੀ ਹੈਗੀ। ਤਾਂ ਜਿਹੜੇ ਮੁਲਾਜ਼ਮ ਨੇ ਇੱਥੇ ਪਹੁੰਚੇ ਨੇ, ਮਹਿਲਾਵਾਂ ਜਿਹੜੀਆਂ ਨੇ ਕਹਿੰਦੇ ਗ੍ਰਹਿਣੀ ਜਿਹੜੀ ਘਰ ਦਾ ਸਾਰਾ ਖਰਚਾ ਜਿੰਮਾ ਜਿਹੜਾ ਹੁੰਦਾ ਘਰ ਨੂੰ ਚਲਾਉਣਾ ਉਹ ਕਿਤੇ ਨਾ ਕਿਤੇ ਮਹਿਲਾਵਾਂ ਦੇ ਸਿਰ ਦੇ ਉੱਪਰ ਹੁੰਦਾ, ਤਾਂ ਉਹਨਾਂ ਨੂੰ ਜਦੋਂ ਤਨਖਾਹ ਹੀ ਨਹੀਂ ਮਿਲਣੀ 2-2 ਮਹੀਨੇ ਤੱਕ ਕਿਸ ਤਰ੍ਹਾਂ ਉਹਨਾਂ ਦਾ ਘਰ ਚੱਲ ਰਿਹਾ ਹੈਗਾ। ਕਿਉਂਕਿ ਕਰੋਨਾ ਦੇ ਵਿੱਚ ਇਹਦੇ ਵਿੱਚ ਕੋਈ ਸ਼ੱਕ ਨਹੀਂ, ਕਰੋਨਾ ਦੇ ਵਿੱਚ ਜਿਹੜੇ ਲੋਕਾਂ ਨੇ ਸੇਵਾਵਾਂ ਦਿੱਤੀਆਂ ਉਹ ਰੱਬ ਬਣ ਕੇ ਹੀ ਸਾਡੇ ਲਈ ਆਏ ਸੀਗੇ। ਉਹ ਦੌਰ ਸੀਗਾ ਜਦੋਂ ਆਪਣਾ ਹੀ ਆਪਣੇ ਨੂੰ ਹੱਥ ਨਹੀਂ ਲਾਉਂਦਾ ਸੀਗਾ,
ਤਾਂ ਜਿਹੜੇ ਮੁਲਾਜ਼ਮ ਇੱਥੇ ਪਹੁੰਚੇ ਨੇ ਜਿਨ੍ਹਾਂ ਨੇ ਉਸ ਸਮੇਂ ਸੇਵਾਵਾਂ ਨਿਭਾਈਆਂ ਤੇ ਹੁਣ ਵੀ ਜਿਹੜੀਆਂ ਹਸਪਤਾਲ ਦੇ ਵਿੱਚ ਸੇਵਾਵਾਂ ਦੇ ਰਹੇ ਨੇ, ਉਹਨਾਂ ਤੋਂ ਪੁੱਛਦੇ ਆ ਕਿ ਉਹਨਾਂ ਕੋਲੋਂ ਕੰਮ ਕੀ ਲਿਆ ਜਾਂਦਾ ਹੈਗਾ ਔਰ ਕਿਸ ਤਰ੍ਹਾਂ ਜਦੋਂ 2 ਮਹੀਨੇ ਤਨਖਾਹ ਨਹੀਂ ਹੈਗੀ ਤਾਂ ਘਰ ਨੂੰ ਕਿਵੇਂ ਚਲਾ ਰਹੇ ਨੇ। ਸਤਿ ਸ਼੍ਰੀ ਅਕਾਲ ਜੀ, ਕੀ ਨਾਮ ਹੈ ਤੁਹਾਡਾ ਜੀ? ਜੋਬਨਪ੍ਰੀਤ ਜੀ, ਪਹਿਲਾਂ ਤਾਂ ਇਹ ਦੱਸੋ ਕਿ ਤੁਹਾਡੇ ਕੋਲੋਂ ਜਿਹੜਾ ਹਸਪਤਾਲ ਦੇ ਵਿੱਚ ਕੰਮ ਕੀ ਕੁਝ ਲਿਆ ਜਾਂਦਾ ਹੈਗਾ? ਅਸੀਂ ਸਟਾਫ ਨਰਸ ਦਾ ਕੰਮ ਕਰਦੇ ਹਾਂ ਜੀ। ਆ ਨੀਚੇ ਕਰ ਲਓ ਕੋਈ ਨਹੀਂ। ਹਾਂਜੀ, ਸਾਰਾ ਅਸੀਂ ਤਿੰਨੋਂ ਸ਼ਿਫਟਾਂ ਦੇ ਵਿੱਚ ਡਿਊਟੀ ਕਰਦੇ ਹਾਂ, ਮਾਰਨਿੰਗ, ਈਵਨਿੰਗ, ਨਾਈਟ, ਤਿੰਨੋਂ ਸ਼ਿਫਟਾਂ 'ਚ। ਬਟ ਸਾਨੂੰ ਕਿਹਾ ਜਾਂਦਾ ਕਿ ਤੁਸੀਂ ਪਾਰਟ ਟਾਈਮ ਜੌਬ ਤੇ ਰੱਖੇ ਹੋਏ ਹੋ। ਜੇ ਸਾਨੂੰ ਪਾਰਟ ਟਾਈਮ ਜੌਬ ਤੇ ਰੱਖਿਆ ਤੇ ਫਿਰ ਇਹ ਸਾਤੋਂ ਤਿੰਨੋਂ ਸ਼ਿਫਟਾਂ ਦੇ ਵਿੱਚ ਡਿਊਟੀ ਕਿਉਂ ਕਰਾਉਂਦੇ ਨੇ? ਅਸੀਂ ਇਹੀ ਅੱਜ ਡੀਸੀ ਸਾਹਿਬ ਨੂੰ ਮੰਗ ਪੱਤਰ ਦਿੱਤਾ ਆ, ਜਾਂ ਤਾਂ ਸਾਨੂੰ ਰੈਗੂਲਰ ਕਰ ਦਿਓ, ਅਸੀਂ ਤਿੰਨੋਂ ਸ਼ਿਫਟਾਂ ਦੇ ਵਿੱਚ ਡਿਊਟੀ ਕਰ ਲਾਂਗੇ। ਜੇ ਉਹਨਾਂ ਨੇ ਨਹੀਂ ਰੈਗੂਲਰ ਕਰਨਾ ਫਿਰ ਅਸੀਂ 4 ਘੰਟੇ ਦੀ ਡਿਊਟੀ ਕਰਾਂਗੇ। ਜੇ ਇਹ ਗੱਲ ਨਹੀਂ ਮੰਨਦੇ ਹੈਗੇ ਡੀਸੀ ਸਾਹਿਬ ਜਾਂ ਪੰਜਾਬ ਸਰਕਾਰ, ਫਿਰ ਅਸੀਂ ਧਰਨਾ ਦੇਵਾਂਗੇ, ਹੜਤਾਲ ਕਰਾਂਗੇ ਜੀ। ਠੀਕ ਹੈ। ਤੇ ਹੁਣ ਘਰ ਚਲਾਉਣ ਦੀ ਕੀ ਸਥਿਤੀ ਹੈਗੀ ਹੈ? ਘਰ ਕਿਵੇਂ ਚਲਾ ਰਹੇ ਹੋ? 4500 ਰੁਪਏ ਤਨਖਾਹ ਦੱਸ ਰਹੇ ਹੋ ਤੁਸੀਂ ਔਰ ਉਹ ਵੀ 2 ਮਹੀਨੇ ਤੋਂ ਜਿਹੜੀ ਨਹੀਂ ਮਿਲੀ। ਕਿੱਦਾਂ ਘਰ ਦਾ ਗੁਜ਼ਾਰਾ ਚੱਲ ਰਿਹਾ ਹੈਗਾ? ਬਹੁਤ ਮੁਸ਼ਕਿਲ ਗੁਜ਼ਾਰਾ ਚੱਲਦਾ ਜੀ ਸਾਡਾ। ਕਈ ਵਾਰੀ ਆਟਾ ਵੀ ਨਹੀਂ ਹੁੰਦਾ, ਕਈ ਵਾਰੀ ਜੇ ਇੱਕ ਤੇਲ ਦੀ ਬੋਤਲ ਲਈਏ ਉਹ ਵੀ 150-200 ਦੀ ਆਉਂਦੀ ਆ। ਪਿਛਲੀ ਤਨਖਾਹ ਪਹਿਲਾਂ ਹੀ ਖਰਚੀ ਜਾਂਦੀ ਆ ਸਾਰੀ, ਫਿਰ 2-2 3-3 ਮਹੀਨੇ ਸਾਡੀ ਪੈਂਡਿੰਗ ਰਹਿੰਦੀ ਹੈ ਤਨਖਾਹ, ਉਹ ਵੀ ਨਹੀਂ ਦਿੰਦੇ ਹੈਗੇ। ਤੇ ਹੁਣ ਪਹਿਲਾਂ ਵੀ ਕਦੇ ਤਨਖਾਹ ਰੁਕੀ ਹੈ ਜਾਂ ਹੁਣੀ 2 ਮਹੀਨੇ ਤਨਖਾਹ ਰੁਕੀ ਹੈ? ਹੁਣ 2-3 ਮਹੀਨੇ ਤੋਂ ਬਹੁਤ ਜ਼ਿਆਦਾ, ਮਤਲਬ 3 ਮਹੀਨੇ ਤੋਂ ਸਾਨੂੰ ਤਨਖਾਹ ਨਹੀਂ ਮਿਲੀ ਹੈਗੀ। ਪਿਛਲੀ ਤਨਖਾਹ ਪਾਉਂਦੇ ਆ, 1 ਮਹੀਨਾ ਰੱਖ ਕੇ ਫਿਰ ਤਨਖਾਹ ਪਾਉਂਦੇ ਆ ਸਾਡੀ। ਅੱਛਾ, 1 ਮਹੀਨਾ ਪਹਿਲਾਂ ਰੱਖਦੇ ਨੇ, ਉਸ ਤੋਂ ਅਗਲੀ ਦਿੰਦੇ ਹੈਗੇ ਆ। ਕਦੇ ਇਦਾਂ ਵੀ ਹੋਇਆ ਕਿ ਰੁਕੀ ਹੋਈ ਤਨਖਾਹ 2 ਮਹੀਨੇ ਦੀ ਇਕੱਠੀ ਦੇ ਦਿੰਦੇ ਆ? ਨਹੀਂ, ਇਕੱਠੀ ਕਦੇ ਵੀ ਨਹੀਂ ਦਿੰਦੇ ਹੈਗੇ ਜੀ ਸਾਨੂੰ ਤਨਖਾਹ। ਅੱਛਾ, ਰੋਕ ਲੈਂਦੇ ਆ, ਇਕੱਠੀ ਕਦੇ ਨਹੀਂ ਦਿੰਦੇ। ਠੀਕ ਹੈ। ਹਾਂਜੀ, ਕੀ ਨਾਮ ਹੈ ਤੁਹਾਡਾ ਜੀ? ਮੇਰਾ ਨਾਮ ਸਟਾਫ ਰਜਨੀ ਆ। ਸਿਵਲ ਹਸਪਤਾਲ 'ਚ ਮੈਂ ਕੰਮ ਕਰਦੀ ਹਾਂ ਐਜ਼ ਏ ਸਟਾਫ ਨਰਸ। ਸਾਡੀ ਸਭ ਤੋਂ ਪਹਿਲੀ ਮੰਗ ਤਾਂ ਇਹ ਆ ਕਿ ਸਾਡਾ ਜੀ ਸ਼ੋਸ਼ਣ ਕੀਤਾ ਜਾਂਦਾ ਵਾ, ਇਹ ਕਹਿ ਕੇ ਕਿ ਸਾਡੇ ਕੋਲ ਫੁੱਲ ਜੋਬਸ ਲਿੱਤੀਆਂ ਜਾਂਦੀਆਂ ਹੈ। ਅਸੀਂ ਪੂਰੀ 12 ਘੰਟੇ ਦੀ ਨਾਈਟਾਂ ਕਰਦੇ ਹਾਂ, ਈਵਨਿੰਗ ਕਰਦੇ ਹਾਂ, ਮਾਰਨਿੰਗ ਕਰਦੇ ਹਾਂ। ਬਰਾਬਰ ਜਿਨ੍ਹਾਂ ਦਾ ਸਾਡਾ ਪੱਕੇ ਮੁਲਾਜ਼ਮ ਆ, ਜਿੰਨਾ ਉਹ ਕੰਮ ਕਰਦੇ ਆ ਉਨਾ ਅਸੀਂ ਕਰਦੇ ਹਾਂ। ਇਕੁਅਲ ਵਰਕ ਇਕੁਅਲ ਵੇਜਿਸ ਦਾ ਸਾਡਾ ਉਹ ਹੱਕ ਬਣਦਾ ਵਾ। ਪਰ ਸਾਨੂੰ ਜਦੋਂ ਅਸੀਂ ਕਿਤੇ ਆਪਣੀ ਗੱਲ ਮੰਗ ਪਹੁੰਚਾਉਂਦੇ ਆ, ਉੱਥੇ ਜਦੋਂ ਕੁਝ ਪੁੱਛਣ ਆਉਂਦੇ ਆ ਤੇ ਉੱਥੇ ਕਹਿ ਦਿੰਦੇ ਤਾਂ ਸਿਰਫ ਪਾਰਟ ਟਾਈਮਰ ਆ, ਮਤਲਬ ਸਿਰਫ 4 ਘੰਟੇ। ਮਤਲਬ ਸਾਡੀ ਨਾਈਟਾਂ ਸਾਡੀ ਨਹੀਂ ਹੈ, ਫਿਰ ਵੀ ਸਾਡੇ ਕੋਲ ਕਰਾਈਆਂ ਵੀ ਜਾਂਦੀਆਂ, ਸਾਨੂੰ ਉਹਦਾ 1 ਰੁਪਿਆ ਵੀ ਨਹੀਂ ਦਿੱਤਾ ਜਾਂਦਾ। ਸਾਡੇ ਕੋਲ ਫੁੱਲ ਡਿਊਟੀਆਂ ਕਰਵਾਈਆਂ ਜਾਂਦੀਆਂ, ਉਹਦਾ ਵੀ ਰੁਪਈਆ ਨਹੀਂ ਦਿੱਤਾ ਜਾਂਦਾ। ਸਾਨੂੰ ਸਿਰਫ ਪਾਰਟ ਟਾਈਮਰ ਦੇ ਹਿਸਾਬ ਨਾਲ 4 ਘੰਟੇ ਦੇ ਹਿਸਾਬ ਨਾਲ ਇਹਨਾਂ ਨੇ ਰੱਖਿਆ ਵਾ। ਪਰ ਕੰਮ ਸਾਡੇ ਕੋਲ ਮਾਰਨਿੰਗ, ਨਾਈਟ ਤੇ ਈਵਨਿੰਗ ਤਿੰਨ ਹੀ ਲਈਆਂ ਜਾਂਦੀਆਂ। ਜਿਹੜੇ ਡਾਕਟਰਸ ਹੈਗੇ ਨੇ ਉਹ ਵੀ ਪੱਖਪਾਤ ਕਰਦੇ ਆ ਪੱਕੇ ਨਰਸਾਂ ਦੇ ਔਰ ਤੁਹਾਡੇ ਨਾਲ ਗੱਲਬਾਤ ਦਾ ਕੋਈ? ਨਹੀਂ, ਸਾਡੇ ਡਾਕਟਰ ਨਹੀਂ ਕਰਦੇ ਹੈਗੇ, ਐਦਾਂ ਦਾ ਕੋਈ ਨਹੀਂ ਹੈਗਾ। ਉਹਦਾ ਤਾਂ ਕੋਈ ਗੱਲ ਨਹੀਂ, ਸਟਾਫ ਵੱਲੋਂ ਕੋਈ ਇਦਾਂ ਦੀ ਗੱਲ ਨਹੀਂ। ਕੀ ਨਾਮ ਹੈ ਜੀ ਤੁਹਾਡਾ? ਮੇਰਾ ਨਾਮ ਰਾਜਕੁਮਾਰ ਹੈ। ਪਿਛਲੇ 10 ਸਾਲਾਂ ਤੋਂ ਦਰਜਾ 4 ਕਰਮਚਾਰੀ ਲੁਧਿਆਣਾ ਸਿਵਲ ਹਸਪਤਾਲ 'ਚ ਕੰਮ ਕਰ ਰਹੇ ਹਾਂ। ਔਰ ਮੈਂ ਦੱਸਣਾ ਚਾਹੁੰਦਾ ਵਾਂ ਕਿ ਪੂਰੇ ਪੰਜਾਬ ਦੇ ਵਿੱਚ ਜਿੰਨੇ ਵੀ ਸਿਵਲ ਹਸਪਤਾਲ ਨੇ ਉਹਨਾਂ 'ਚ ਜਾਂ ਤਾਂ ਬੰਦੇ ਠੇਕੇ ਤੇ ਰੱਖੇ ਹੋਏ ਆ ਜਾਂ ਆਊਟਸੋਰਸ ਤੇ ਰੱਖੇ ਹੋਏ ਆ, ਜਦ ਕਿ ਉਹ ਬਹੁਤ ਛੋਟੇ ਜ਼ਿਲ੍ਹੇ ਨੇ। ਲੁਧਿਆਣਾ ਪੰਜਾਬ ਦਾ ਸਭ ਤੋਂ ਵੱਡਾ ਜ਼ਿਲ੍ਹਾ, 40 ਲੱਖ ਆਬਾਦੀ ਹੈ ਔਰ 1 ਸਿਵਲ ਹਸਪਤਾਲ ਹੈ। ਔਰ ਉਸ ਦੇ ਵਿੱਚ ਵੀ ਬੰਦੇ ਮਾਣ ਭੱਤੇ ਤੇ ਰੱਖੇ 4500 6500 ਤਨਖਾਹ, ਜਦ ਕਿ ਪੂਰੇ ਪੰਜਾਬ ਦੇ ਸਿਵਲ ਹਸਪਤਾਲਾਂ ਜਿਹੜੇ ਕੰਮ ਕਰ ਰਹੇ ਉਹਨਾਂ ਦੀ 15 ਤੋਂ 18000 ਤਨਖਾਹ ਹੈ। ਲੇਕਿਨ ਲੁਧਿਆਣਾ ਸਭ ਤੋਂ ਵੱਡਾ ਜ਼ਿਲ੍ਹਾ ਹੋਣ ਦੇ ਬਾਵਜੂਦ ਵੀ ਪਤਾ ਨਹੀਂ ਇਹਨਾਂ ਨੇ ਕਿਹੜੇ ਖਾਤੇ 'ਚ 4500 6500 ਤਨਖਾਹ ਦੇ ਰਹੇ ਨੇ। ਔਰ ਜਦੋਂ ਡਿਊਟੀ ਕਰਾਉਂਦੇ ਸੀ ਕਹਿੰਦੇ ਸੀ 4 ਘੰਟੇ ਤੁਹਾਡੀ ਡਿਊਟੀ ਕਰਾਈ ਜਾਊਗੀ, ਲੇਕਿਨ ਹੌਲੀ ਡਿਊਟੀ ਜਿਹੜੀ ਇਹਨਾਂ ਕੋਲ ਪੂਰੀ ਲਿੱਤੀ ਜਾਂਦੀ ਹੈ। 12 ਘੰਟੇ ਦੀ ਨਾਈਟਾਂ, 10 ਨਾਈਟਾਂ ਪੂਰੇ ਦਿਨ ਚ ਆਉਂਦੀਆਂ ਨੇ। ਔਰ ਲੁਧਿਆਣਾ ਸਿਵਲ ਹਸਪਤਾਲ 'ਚ 20% ਰੈਗੂਲਰ ਸਟਾਫ ਹੈ, 80% ਜਿਹੜਾ ਮੁਲਾਜ਼ਮ ਹੈ ਕੱਚਾ ਹੈ। ਔਰ ਮੈਂ ਦੱਸਣਾ ਚਾਹੁੰਦਾ ਵਾਂ ਕਿ ਜਿਹੜਾ ਕੱਚਾ ਮੁਲਾਜ਼ਮ ਹੈ ਸਾਰਾ ਭਾਰ ਹੀ ਉਹਦੇ ਤੇ ਹੈ। ਟੋਟਲ ਸਿਵਲ ਹਸਪੀਟਲ ਕੱਚੇ ਮੁਲਾਜ਼ਮਾਂ ਦੇ ਦਮ ਤੇ ਹੀ ਚੱਲ ਰਿਹਾ ਹੈ, ਕਿਉਂਕਿ ਰੈਗੂਲਰ ਸਟਾਫ ਨੂੰ ਜਦੋਂ ਦਿਲ ਕੀਤਾ ਫੋਨ ਕਰ ਦਿੰਦੇ ਅਸੀਂ ਲੀਵ ਤੇ ਆ, ਅਸੀਂ ਨਾਈਟ ਨਹੀਂ ਕਰਨੀ, ਸਾਡੀ ਤਬੀਅਤ ਖਰਾਬ ਹੈ। ਤੇ ਕੱਚੇ ਮੁਲਾਜ਼ਮ ਕੋਲੋਂ ਡਬਲ ਡਿਊਟੀਆਂ ਵੀ ਕਰਾਈਆਂ ਜਾਂਦੀਆਂ ਔਰ ਅਸੀਂ ਤਿਆਰ ਬੈਠਦੇ ਹਾਂ। ਅਸੀਂ ਕਦੇ ਨਾ ਨਹੀਂ ਕੀਤੀ, ਕੰਮ ਕਰਨ ਤੋਂ ਕਦੇ ਨਹੀਂ ਭੱਜੇ। ਕਰੋਨਾ ਦੌਰਾਨ ਵੀ ਅਸੀਂ ਫਰੰਟ ਲਾਈਨ ਤੇ ਅੱਗੇ ਹੋ ਕੇ ਆਪਣੀ ਜਾਨਾਂ ਦੀ ਪਰਵਾਹ ਨਹੀਂ ਕੀਤੀ। ਆ ਸਾਰੇ ਮੁਲਾਜ਼ਮਾਂ ਨੂੰ ਇੱਕ ਵਾਰੀ ਕਰੋਨਾ ਹੋਇਆ, ਕਈ ਤੋਂ ਮਰਨੋਂ ਬਚੇ ਆ। ਲੇਕਿਨ ਸਰਕਾਰ ਨੇ ਇਹੀ ਕਿਹਾ ਸੀ ਅਸੀਂ ਤੁਹਾਨੂੰ ਪੱਕਾ ਕਰਾਂਗੇ, ਪਰ ਹਾਲੇ ਤੱਕ ਕਦੇ ਪੱਕਾ ਨਹੀਂ ਕੀਤਾ। ਕਿਸੇ ਰਾਜਨੀਤਿਕ ਬੰਦੇ ਨਾਲ ਕੋਈ ਗੱਲਬਾਤ ਨਹੀਂ? ਕਿਸੇ ਐਮਐਲਏ, ਕਿਸੇ ਮੰਤਰੀ ਦੇ ਨਾਲ? ਅਸੀਂ ਆਪਣੇ ਸਾਰੇ ਹੀ ਐਮਐਲਏ ਕੋ ਗਏ ਆ, ਪੱਪੀ ਪ੍ਰੈਸ਼ਰ ਜੀ ਕੋ ਵੀ ਗਏ ਸੀ, ਗੋਗੀ ਜੀ ਕੋ ਵੀ ਅਸੀਂ 4-5 ਵਾਰੀ ਗਏ ਆ, ਪਰ ਉਹਨਾਂ ਨੇ ਇਹੀ ਕਿਹਾ ਕਿ ਸਾਡੇ ਕੋਲ ਹਾਲੇ ਫੰਡ ਨਹੀਂ ਹੈਗਾ, ਸਰਕਾਰ ਕੋਲ ਹਾਲੇ ਫੰਡ ਦੀ ਕਮੀ ਹੈ, ਇਸ ਕਰਕੇ ਹਾਲੇ ਨਹੀਂ ਕਰ ਸਕਦੇ। ਸੋ ਮੈਂ ਸਰਕਾਰ ਨੂੰ ਮੰਗ ਕਰਦਾ ਵਾਂ, ਜਿੱਥੇ ਕਾਰਪੋਰੇਸ਼ਨ ਦੇ ਮੁਲਾਜ਼ਮ ਸਾਡੇ ਭਾਈ ਭੈਣ ਪੱਕੇ ਕੀਤੇ ਆ, ਸਾਨੂੰ ਵੀ ਕਿਸੇ ਪਾਲਿਸੀ ਬਣਾ ਕੇ ਸਾਨੂੰ ਵੀ ਰੈਗੂਲਰ ਕੀਤਾ ਜਾਵੇ, ਜਾਂ ਘੱਟੋ ਘੱਟ ਇੰਨੀਆਂ ਤਨਖਾਹਾਂ ਕੀਤੀਆਂ ਜਾਣ ਜਦ ਤੱਕ ਪੱਕੇ ਨਹੀਂ ਕੀਤਾ ਜਾਂਦਾ ਅਸੀਂ ਆਪਣੇ ਘਰ ਦਾ ਗੁਜ਼ਾਰਾ ਕਰ ਸਕੀਏ। ਕਿਉਂਕਿ ਪਿਛਲੇ ਲੰਮੇ ਸਮੇਂ ਤੋਂ ਕੰਮ ਕਰ ਰਹੇ ਨੇ, ਕਈ ਤਾਂ ਓਵਰ ਏਜ ਹੋ ਗਏ ਨੇ, 8-8 10-10 ਸਾਲ, ਹੁਣ ਦੇ ਤਾਂ ਲੱਗੇ ਨਹੀਂ ਸਾਰੇ। ਅੱਜ ਸਾਰੇ ਹੀ ਤੁਹਾਨੂੰ ਪਤਾ ਐਮਰਜੈਂਸੀ, OTA, ਲੇਬਰ ਰੂਮ, ਇੱਥੇ ਇੰਨਾ ਜ਼ਿਆਦਾ ਰਸ਼ ਹੁੰਦਾ। OPD ਦੇ ਵਿੱਚ 500 ਬੰਦਾ ਡੇਲੀ ਆਉਂਦਾ, ਉਹ ਸਾਰੇ ਕੱਚੇ ਮੁਲਾਜ਼ਮ ਦੇਖਦੇ ਨੇ। ਔਰ ਇੱਕ ਸਟਾਫ ਨਰਸ, ਇੱਕ ਵਾਰਡ ਹੈਲਪਰ 50 ਮਰੀਜ਼ ਇਕੱਠੇ ਦੇਖਦੇ ਆ। ਜਦੋਂ 2 ਮਰੀਜ਼ ਇਕੱਠੇ ਸੀਰੀਅਸ ਹੋ ਜਾਂਦੇ ਨੇ
ਤਾਂ ਸਾਨੂੰ ਦੋਨਾਂ ਨੂੰ ਬਚਾਉਣਾ ਬੜਾ ਔਖਾ ਹੁੰਦਾ, ਕਿਉਂਕਿ ਸਟਾਫ ਇੱਕ ਨਰਸ ਹੁੰਦਾ ਹੈ, ਇੱਕ ਸਟਾਫ ਨਰਸ ਤੇ ਇੱਕ ਵਾਰਡ ਹੈਲਪਰ ਹਰ ਵਾਰਡ 'ਚ ਹੁੰਦਾ ਨਾ, ਔਰ ਕਈ ਸਟਾਫ ਨਰਸਾਂ ਨੂੰ 2-2 ਵਾਰਡ ਦੇਖਣੇ ਪੈਂਦੇ ਨੇ, ਕਿਉਂਕਿ ਜਦੋਂ ਰੈਗੂਲਰ ਸਟਾਫ ਛੁੱਟੀ ਕਰ ਜਾਂਦੀ ਹੈ ਤਾਂ ਕੱਚੇ ਕਰਮਚਾਰੀਆਂ ਨੂੰ ਹੀ 2-2 ਵਾਰਡ ਦੇਖਣੇ ਪੈਂਦੇ ਨੇ। ਸੋ ਬਹੁਤ ਬੁਰਾ ਹਾਲ ਹੈ ਕੱਚੇ ਕਰਮਚਾਰੀਆਂ ਦਾ। ਮੈਂ ਆਪ ਜੀ ਦੇ ਚੈਨਲ ਰਾਹੀਂ ਸਰਕਾਰ ਨੂੰ ਮੰਗ ਕਰਦਾ ਵਾਂ ਕਿ ਰੈਗੂਲਰ ਕਰੋ, ਨਹੀਂ ਤਾਂ ਘੱਟੋ ਘੱਟ ਇੰਨੀ ਤਨਖਾਹ ਕਰੋ ਕਿ ਗੁਜ਼ਾਰੇ ਜੋਗੇ ਹੋ ਸਕਣ। ਠੀਕ ਹੈ ਜੀ, ਠੀਕ ਹੈ। ਤਾਂ ਤੁਸੀਂ ਦੇਖ ਸਕਦੇ ਹੋ ਕਿ ਇਹ ਜਿਹੜੀ ਮੰਗ ਹੈ ਬਿਲਕੁਲ ਜਾਇਜ਼ ਮੰਗ ਆ। ਕਿਹਾ ਜਾ ਰਿਹਾ ਕਿ ਅਗਰ ਪੱਕੇ ਕਰਨ ਦੇ ਵਿੱਚ ਕੋਈ ਦੇਰੀ ਲੱਗਦੀ ਹੈ, ਸਰਕਾਰ ਨੂੰ ਪਾਲਿਸੀ ਬਣਾਉਣ ਦੇ ਵਿੱਚ ਅਗਰ ਕੋਈ ਸਮਾਂ ਲੱਗਦਾ, ਪਰੰਤੂ ਜਿਹੜਾ ਪਹਿਲ ਦੇ ਆਧਾਰ ਦੇ ਉੱਪਰ ਤਨਖਾਹਾਂ ਘੱਟੋ ਘੱਟ ਉਨੀਆਂ ਕੁ ਕੀਤੀਆਂ ਜਾਣ ਕਿ ਅੱਜ ਦੀ ਮਹਿੰਗਾਈ ਦੇ ਸਮੇਂ ਦੇ ਵਿੱਚ ਜਿਹੜਾ ਗੁਜ਼ਾਰਾ ਆਸਾਨੀ ਨਾਲ ਹੋ ਸਕੇ। ਤਾਂ ਨਵੇਂ ਅਪਡੇਟ ਨਾਲ ਫਿਰ ਦੁਬਾਰਾ ਤੁਹਾਨੂੰ ਮਿਲਾਂਗਾ। ਕੈਮਰਾ ਪਰਸਨ ਮਨੋਜ ਕੁਮਾਰ ਨਾਲ ਹਰਵਿੰਦਰ ਸਿੰਘ ਢਿੱਲੋਂ, ਲੁਧਿਆਣਾ ਲਾਈਵ।